ਦੋਸਤੋ, ਸਾਨੂੰ ਸਭ ਨੂੰ ਇੱਕ ਚੰਗੇ ਇਨਸਾਨ ਬਣਨ ਦੀ ਸਿੱਖਿਆ ਮਿਲਦੀ ਹੈ ਤੇ ਅਸੀਂ ਅਕਸਰ ਇਹੀ ਸਿੱਖਦੇ ਹਾਂ ਕਿ ਬੁਰੇ ਕਰਮਾਂ ਤੋਂ ਬਚਣਾ ਚਾਹੀਦਾ ਹੈ ਤੇ ਦੂਜਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪਰ ਕਈ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਕਦੇ-ਕਦੇ ਸਾਡੀ ਚੰਗਿਆਈ ਦਾ ਵੀ ਗਲਤ ਫਾਇਦਾ ਉਠਾਇਆ ਜਾ ਸਕਦਾ ਹੈ। ਚੰਗੇ ਵਿਅਕਤੀ ਨੂੰ ਕੌਣ ਪਸੰਦ ਨਹੀਂ ਕਰਦਾ। ਬਚਪਨ ਤੋਂ ਹੀ ਸਾਨੂੰ ਚੰਗੇ ਇਨਸਾਨ ਬਣਨ, ਚੰਗੇ ਕੰਮ ਕਰਨ ਤੇ ਕਿਸੇ ਦਾ ਫਾਇਦਾ ਨਾ ਉਠਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਪਰ ਇਹ ਨਹੀਂ ਸਿਖਾਇਆ ਜਾਂਦਾ ਕਿ ਜਦੋਂ ਕੁਝ ਲੋਕਾਂ ਦੁਆਰਾ ਸਾਡੇ ਨਾਲ ਜ਼ੁਲਮ ਕੀਤਾ ਜਾਂਦਾ ਹੈ, ਸਾਨੂੰ ਧੋਖਾ ਦਿੱਤਾ ਜਾਂਦਾ ਹੈ, ਸਾਡਾ ਫਾਇਦਾ ਉਠਾਇਆ ਜਾਂਦਾ ਹੈ, ਤਾਂ ਸਾਨੂੰ ਕਿਵੇਂ ਜੀਣਾ ਚਾਹੀਦਾ ਹੈ। ਜਦੋਂ ਸਾਡਾ ਗਲਤ ਫਾਇਦਾ ਉਠਾਇਆ ਜਾ ਰਿਹਾ ਹੋਵੇ ਤਾਂ ਕੀ ਉਦੋਂ ਵੀ ਚੰਗੇ ਬਣੇ ਰਹਿਣਾ ਤੇ ਆਪਣਾ ਆਤਮ ਸਨਮਾਨ ਗਵਾਉਣਾ ਸਹੀ ਹੈ? ਜਦੋਂ ਕਿਸੇ ਚੰਗੇ ਇਨਸਾਨ ਦਾ ਹੱਕ ਜ਼ਬਰੀ ਖੋਹਿਆ ਜਾ ਰਿਹਾ ਹੋਵੇ ਤਾਂ ਕਿ ਉਦੋਂ ਵੀ ਚੰਗੇ ਬਣੇ ਰਹਿਣਾ ਸਹੀ ਹੈ? ਦੋਸਤੋ, ਅੱਜ ਕੱਲ੍ਹ ਚੰਗੇ ਬਣੇ ਰਹਿਣਾ ਇੱਕ ਆਦਰਸ਼ ਮੰਨਿਆ ਜਾਂਦਾ ਹੈ। ਜਿਵੇਂ ਕਿ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਦੇਖੋ ਉਹ ਬੰਦਾ ਕਿੰਨਾ ਚੰਗਾ ਹੈ। ਪਰ ਇਸ ਦੌਰਾਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਚੰਗੇ ਹੋਣ ਦੀ ਵੀ ਇੱਕ ਸੀਮਾ ਹੋਣੀ ਬਹੁਤ ਜ਼ਰੂਰੀ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਹੁਤਾ ਚੰਗਾ ਹੋਣਾ ਵੀ ਚੰਗੀ ਗੱਲ ਨਹੀਂ ਹੁੰਦੀ, ਤੇ ਜੇ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ ਤਾਂ ਇਹ ਦੁਨੀਆ ਸਾਨੂੰ ਵਾਰ-ਵਾਰ ਯਾਦ ਕਰਾਏਗੀ ਤੇ ਸਾਬਤ ਕਰੇਗੀ ਕਿ ਬਹੁਤਾ ਚੰਗਾ ਹੋਣਾ ਵੀ ਚੰਗਾ ਨਹੀਂ ਹੁੰਦਾ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਜਿੰਨਾ ਚੰਗਾ ਹੁੰਦਾ ਹੈ ਓਨਾ ਹੀ ਉਸ ਨੂੰ ਦੁੱਖ ਮਿਲਦਾ ਹੈ। ਪਰ ਅਜਿਹਾ ਕਿਉਂ? ਕਿਉਂਕਿ ਵਿਅਕਤੀ ਹਮੇਸ਼ਾ ਦੂਜਿਆਂ ਦੀਆਂ ਭਾਵਨਾਵਾਂ ਤੇ ਲੋੜਾਂ ਨੂੰ ਆਪਣੇ ਨਾਲੋਂ ਵੱਧ ਮਹੱਤਵਪੂਰਨ ਸਮਝਦਾ ਹੈ। ਇਸੇ ਕਰਕੇ ਹੀ ਉਹ ਆਪਣੇ ਆਪ ਨੂੰ ਮੁਸ਼ਕਲ ਸਥਿਤੀ ਵਿੱਚ ਪਾਉਂਦਾ ਹੈ। ਫਿਰ ਅਕਸਰ ਉਸ ਨੂੰ ਲੱਗਦਾ ਹੈ ਕਿ ਆਖਰ ਕਿਉਂ ਲੋਕ ਉਸ ਦੇ ਕੀਤੇ ਚੰਗੇ ਕੰਮਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਨੇ ਤੇ ਉਲਟਾ ਉਸ ਦਾ ਹੀ ਗਲਤ ਫਾਇਦਾ ਉਠਾਇਆ ਜਾ ਰਿਹਾ ਹੈ। ਕਦੇ ਜ਼ਿਆਦਾ ਕੰਮ ਕਰਵਾਉਣ ਤੋਂ ਲੈ ਕੇ ਤੇ ਕਦੇ ਉਸ ਨੂੰ ਬਿਨਾਂ ਕੋਈ ਮਹੱਤਵ ਦਿੱਤੇ ਨਜ਼ਰ ਅੰਦਾਜ਼ ਕਰਨ ਤੱਕ। ਕਿਸੇ ਦਾ ਅਸੀਂ ਭਲਾ ਕਰਦੇ ਹਾਂ ਤਾਂ ਉੱਥੇ ਅਸੀਂ ਦੁੱਖ ਕਿਉਂ ਝੱਲਦੇ ਹਾਂ? ਆਮ ਤੌਰ 'ਤੇ ਜਦੋਂ ਕੋਈ ਵਿਅਕਤੀ ਗੁੱਸੇ ਵਿੱਚ ਹੁੰਦਾ ਹੈ ਜਾਂ ਫਿਰ ਦੁਖੀ ਹੋ ਕੇ ਕਿਸੇ ਨੂੰ ਚੰਗਾ ਮਾੜਾ ਕਹਿ ਦੇਵੇ ਤਾਂ ਅਸੀਂ ਉਸ ਨੂੰ ਬੁਰਾ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਤੁਹਾਡੇ ਨਾਲ ਵੀ ਅਜਿਹਾ ਜ਼ਰੂਰ ਹੋਇਆ ਹੋਵੇਗਾ ਕਿ ਕਿਸੇ ਸਮੇਂ ਤੁਸੀਂ ਗੁੱਸੇ ਵਿੱਚ ਆ ਕੇ ਕਿਸੇ ਨੂੰ ਬੁਰਾ ਭਲਾ ਕਹਿ ਦਿੱਤਾ ਹੋਵੇਗਾ ਤੇ ਸਿਰਫ ਉਸੇ ਕਾਰਨ ਤੁਸੀਂ ਲੋਕਾਂ ਦੀਆਂ ਨਜ਼ਰਾਂ ਵਿੱਚ ਮਾੜੇ ਸਮਝੇ ਜਾਣ ਲੱਗ ਪਏ। ਤੇ ਜਿਵੇਂ ਕਿ ਕਰਮ ਤੇ ਨਤੀਜੇ ਦਾ ਨਿਯਮ ਕਹਿੰਦਾ ਹੈ ਕਿ ਮਾੜੇ ਕਰਮਾਂ ਦੇ ਮਾੜੇ ਨਤੀਜੇ ਮਿਲਦੇ ਨੇ। ਅੱਜ ਤੱਕ ਤੁਸੀਂ ਇਹੀ ਸਮਝਦੇ ਆਏ ਹੋ ਕਿ ਸਿਰਫ ਮਾੜੇ ਕਰਮਾਂ ਦਾ ਫਲ ਮਾੜਾ ਹੁੰਦਾ ਹੈ। ਪਰ ਅੱਜ ਦੀ ਕਹਾਣੀ ਤੋਂ ਬਾਅਦ ਤੁਸੀਂ ਇਹ ਸਮਝ ਜਾਓਗੇ ਕਿ ਚੰਗੇ ਇਨਸਾਨ ਦੇ ਨਾਲ ਵੀ ਮਾੜਾ ਹੋ ਸਕਦਾ ਹੈ। ਜਦੋਂ ਉਹ ਹੱਦ ਤੋਂ ਜ਼ਿਆਦਾ ਚੰਗਾ ਬਣ ਜਾਵੇ ਤਾਂ ਉਹ ਵਿਅਕਤੀ ਨੂੰ ਕੇਵਲ ਦੁੱਖ ਹੀ ਮਿਲਦਾ ਹੈ, ਉਸ ਦਾ ਨਤੀਜਾ ਮਾੜਾ ਹੀ ਨਿਕਲਦਾ ਹੈ। ਸੋ ਅੱਜ ਦੀ ਗਿਆਨਮਈ ਕਹਾਣੀ ਰਾਹੀਂ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਜਿਹੀ ਸਥਿਤੀ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਹੈ, ਤੇ ਇਹ ਵੀ ਪਤਾ ਕਰਾਂਗੇ ਕਿ ਬਹੁਤਾ ਚੰਗਾ ਹੋਣਾ ਚੰਗਾ ਹੈ ਜਾਂ ਫਿਰ ਮਾੜਾ। ਤਾਂ ਆਓ ਸ਼ੁਰੂ ਕਰੀਏ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇੱਕ ਸ਼ਹਿਰ ਵਿੱਚ ਇੱਕ ਅਮੀਰ ਵਪਾਰੀ ਰਹਿੰਦਾ ਸੀ ਜੋ ਬੜਾ ਦਿਆਲੂ ਸੀ। ਇੰਨਾ ਵੱਡਾ ਕਾਰੋਬਾਰ ਤੇ ਬਹੁਤ ਸਾਰਾ ਪੈਸਾ ਹੋਣ ਦੇ ਬਾਵਜੂਦ ਉਹ ਇੱਕ ਭੋਲਾ ਤੇ ਦਾਨੀ ਵਿਅਕਤੀ ਸੀ। ਉਹ ਹਰ ਕਿਸੇ ਦੀ ਮਦਦ ਕਰਦਾ ਸੀ। ਉਹ ਲੋਕਾਂ ਪ੍ਰਤੀ ਪਿਆਰ ਤੇ ਦਿਆਲਤਾ ਦੀਆਂ ਭਾਵਨਾਵਾਂ ਰੱਖਦਾ ਸੀ। ਉਹ ਕਿਸੇ ਦਾ ਦੁੱਖ ਨਹੀਂ ਸੀ ਦੇਖ ਸਕਦਾ। ਉਸ ਦੀ ਦਿਆਲਤਾ ਤੇ ਮਾਸੂਮੀਅਤ ਦੇ ਕਾਰਨ ਉਸ ਦੇ ਆਲੇ ਦੁਆਲੇ ਦੇ ਲੋਕ ਉਸ ਦੀ ਇਸੇ ਗੱਲ ਨੂੰ ਉਸ ਦੀ ਕਮਜ਼ੋਰੀ ਸਮਝਦੇ ਤੇ ਉਸ ਦਾ ਫਾਇਦਾ ਉਠਾਉਂਦੇ। ਕੁਝ ਲੋਕ ਉਸ ਵਪਾਰੀ ਦੇ ਸਾਹਮਣੇ ਝੂਠੇ ਰੋਣੇ ਰੋ ਕੇ ਉਸ ਤੋਂ ਪੈਸੇ ਉਧਾਰ ਲੈ ਜਾਂਦੇ। ਸੇਠ ਅਮੀਰ ਤਾਂ ਸੀ ਹੀ, ਉਹ ਬੜਾ ਦਿਆਲੂ ਵੀ ਸੀ। ਜਦੋਂ ਸੇਠ ਉਹਨਾਂ ਲੋਕਾਂ ਦੀ ਦੁਖੀ ਹਾਲਤ ਦੇਖਦਾ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਦਾ ਤਾਂ ਉਸ ਦਾ ਦਿਲ ਭਰ ਆਉਂਦਾ। ਤੇ ਜਦੋਂ ਲੋਕ ਉਸ ਨੂੰ ਕਹਿੰਦੇ ਕਿ ਸਾਨੂੰ ਕੁਝ ਪੈਸੇ ਉਧਾਰ ਚਾਹੀਦੇ ਨੇ, ਕੀ ਤੁਸੀਂ ਮੇਰੀ ਮਦਦ ਕਰੋਗੇ? ਮੈਂ ਤੁਹਾਡਾ ਇਹ ਅਹਿਸਾਨ ਕਦੇ ਨਹੀਂ ਭੁੱਲਾਂਗਾ। ਜਦੋਂ ਲੋਕ ਕੁਝ ਅਜਿਹੀਆਂ ਗੱਲਾਂ ਕਰਦੇ ਤਾਂ ਉਹ ਇਨਕਾਰ ਨਾ ਕਰ ਪਾਉਂਦਾ। ਉਹ ਇਹ ਸੋਚ ਕੇ ਪੈਸੇ ਦੇ ਦਿੰਦਾ ਕਿ ਇਹ ਇਨਸਾਨ ਬੁਰੇ ਸਮੇਂ ਵਿੱਚੋਂ ਲੰਘ ਰਿਹਾ ਹੈ, ਉਸ ਨੂੰ ਮੇਰੀ ਮਦਦ ਦੀ ਲੋੜ ਹੈ, ਬਾਅਦ ਵਿੱਚ ਇਹ ਪੈਸੇ ਵਾਪਸ ਕਰ ਦੇਵੇਗਾ। ਸੋ ਹੌਲੀ ਹੌਲੀ ਸਮਾਂ ਲੰਘਦਾ ਗਿਆ।
ਲੋਕ ਬਿਨਾਂ ਕਿਸੇ ਕਾਰਨ ਉਸ ਵਪਾਰੀ ਦੇ ਅੱਗੇ ਰੋਣੇ ਰੋਂਦੇ ਤੇ ਉਸ ਦਾ ਪੈਸਾ ਲੈ ਜਾਂਦੇ ਤੇ ਕਦੇ ਵਾਪਸ ਵੀ ਨਾ ਕਰਦੇ। ਸੇਠ ਵੀ ਕਦੇ ਪੈਸੇ ਵਾਪਸ ਨਹੀਂ ਸੀ ਮੰਗਦਾ। ਉਸ ਨੂੰ ਲੱਗਦਾ ਸੀ ਕਿ ਜਦੋਂ ਉਹਨਾਂ ਦਾ ਬੁਰਾ ਸਮਾਂ ਲੰਘ ਜਾਵੇਗਾ ਤਾਂ ਉਹ ਪੈਸੇ ਵਾਪਸ ਕਰ ਦੇਣਗੇ। ਪਰ ਕਹਿੰਦੇ ਹੁੰਦੇ ਆ ਨਾ ਕਿ ਹਰ ਸਵੇਰ ਤੋਂ ਬਾਅਦ ਰਾਤ ਜ਼ਰੂਰ ਹੁੰਦੀ ਹੈ, ਹਰ ਖੁਸ਼ੀ ਤੋਂ ਬਾਅਦ ਦੁੱਖ ਹੁੰਦਾ ਹੈ ਤੇ ਦੁੱਖ ਤੋਂ ਬਾਅਦ ਸੁੱਖ ਹੁੰਦਾ ਹੈ। ਬਿਲਕੁਲ ਇਹੀ ਗੱਲ ਉਸ ਸੇਠ ਨਾਲ ਵੀ ਵਾਪਰੀ। ਕੁਝ ਸਾਲਾਂ ਬਾਅਦ ਪੈਸਿਆਂ ਦੀ ਘਾਟ ਕਾਰਨ ਉਸ ਦੇ ਕਾਰੋਬਾਰ ਵਿੱਚ ਮਾਲ ਭਰਨ ਲਈ ਪੈਸੇ ਦੀ ਘਾਟ ਸ਼ੁਰੂ ਹੋ ਗਈ ਤੇ ਇਸ ਕਾਰਨ ਉਸ ਦੀ ਦੁਕਾਨ 'ਤੇ ਗਾਹਕ ਵੀ ਘਟਣ ਲੱਗੇ, ਕਿਉਂਕਿ ਜਿਹੜੀਆਂ ਚੀਜ਼ਾਂ ਵਪਾਰੀ ਕੋਲੋਂ ਗਾਹਕ ਚਾਹੁੰਦੇ ਸੀ ਉਹ ਸਮਾਨ ਵਪਾਰੀ ਕੋਲ ਖਤਮ ਹੋਣ ਲੱਗਿਆ ਤੇ ਉਸ ਸਮਾਨ ਨੂੰ ਲਿਆਉਣ ਦੇ ਲਈ ਹੁਣ ਉਸ ਕੋਲ ਲੋੜੀਂਦਾ ਪੈਸਾ ਵੀ ਨਹੀਂ ਸੀ। ਹੌਲੀ-ਹੌਲੀ ਸੇਠ ਦੇ ਪੈਸੇ ਮੁੱਕ ਚੱਲੇ। ਕੋਈ ਸਮਾਂ ਸੀ ਜਦੋਂ ਉਹ ਸੇਠ ਆਪਣੇ ਸ਼ਹਿਰ ਦੇ ਅਮੀਰ ਲੋਕਾਂ ਵਿੱਚ ਸ਼ੁਮਾਰ ਹੁੰਦਾ ਸੀ, ਪਰ ਅੱਜ ਉਸ ਕੋਲ ਪੈਸਾ ਨਹੀਂ ਸੀ। ਉੱਤੋਂ ਉਸ ਨੂੰ ਬਾਜ਼ਾਰ ਤੋਂ ਕਾਫੀ ਕਰਜ਼ਾ ਲੈਣਾ ਪਿਆ। ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕੀ ਕਰੇ। ਉਸਨੇ ਮਹਾਤਮਾ ਬੁੱਧ ਦੀ ਬਹੁਤ ਚਰਚਾ ਸੁਣੀ ਸੀ। ਉਹ ਜਾਣਦਾ ਸੀ ਕਿ ਉਸਦੇ ਬਹੁਤ ਸਾਰੇ ਦੋਸਤ ਉਹਨਾਂ ਕੋਲ ਜਾ ਕੇ ਆਪਣੇ ਜੀਵਨ ਦੇ ਲਈ ਸਹੀ ਮਾਰਗਦਰਸ਼ਨ ਲੈਂਦੇ ਨੇ ਤੇ ਬੁੱਧ ਦੁਆਰਾ ਦਿੱਤੇ ਗਏ ਗਿਆਨ ਨੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਸੁਧਾਰਿਆ ਹੈ। ਉਸਨੇ ਫੈਸਲਾ ਕੀਤਾ ਕਿ ਹੁਣ ਸਿਰਫ ਗੌਤਮ ਬੁੱਧ ਹੀ ਉਸ ਦੀਆਂ ਸਮੱਸਿਆਵਾਂ ਦਾ ਹੱਲ ਦੱਸਣਗੇ। ਇਹ ਸੋਚ ਕੇ ਉਹ ਅਗਲੇ ਦਿਨ ਗੌਤਮ ਬੁੱਧ ਨੂੰ ਮਿਲਣ ਲਈ ਨਿਕਲਿਆ। ਉੱਥੇ ਜਾ ਕੇ ਉਸਨੇ ਬੁੱਧ ਨੂੰ ਮੱਥਾ ਟੇਕਿਆ ਤੇ ਕਹਿਣ ਲੱਗਾ ਕਿ ਉਸ ਨੂੰ ਆਪਣੀ ਸਮੱਸਿਆ ਦਾ ਹੱਲ ਚਾਹੀਦਾ ਹੈ। ਬੁੱਧ ਕਹਿੰਦੇ ਨੇ ਕਿ ਪੁੱਛੋ ਕੀ ਪੁੱਛਣਾ ਹੈ। ਫਿਰ ਸੇਠ ਉਹਨਾਂ ਨੂੰ ਸਭ ਦੱਸਦਾ ਹੈ ਕਿ ਕਿਵੇਂ ਉਹ ਲੋਕਾਂ ਦੀ ਮਦਦ ਕਰਕੇ ਅਮੀਰ ਤੋਂ ਗਰੀਬ ਹੋ ਗਿਆ, ਕਿਵੇਂ ਉਸਨੇ ਲੋਕਾਂ ਦੀ ਮਾੜੀ ਹਾਲਤ ਦੇਖ ਕੇ ਆਪਣੇ ਕਾਰੋਬਾਰ ਵਿੱਚੋਂ ਪੈਸੇ ਉਹਨਾਂ ਦੀ ਮਦਦ ਦੇ ਲਈ ਦੇ ਦਿੱਤੇ ਤੇ ਅੱਜ ਉਹ ਖੁਦ ਲੋੜਵੰਦ ਬਣ ਗਿਆ। ਗੌਤਮ ਬੁੱਧ ਉਸ ਦੀਆਂ ਸਾਰੀਆਂ ਗੱਲਾਂ ਧਿਆਨ ਨਾਲ ਸੁਣਦੇ ਰਹੇ ਤੇ ਫਿਰ ਬੋਲੇ ਕਿ ਤੁਸੀਂ ਬਹੁਤ ਸਿੱਧੇ ਤੇ ਦਿਆਲੂ ਹੋ। ਬਹੁਤਾ ਸਿੱਧਾ ਹੋਣਾ ਵੀ ਸਾਡੇ ਲਈ ਮੁਸੀਬਤ ਪੈਦਾ ਕਰ ਸਕਦਾ ਹੈ। ਬੁੱਧ ਅੱਗੇ ਕਹਿੰਦੇ ਨੇ, ਤੁਸੀਂ ਲੋਕਾਂ ਦੀ ਮਦਦ ਕਰਦੇ ਸੀ ਤਾਂ ਜੋ ਉਹ ਮੁਸੀਬਤ ਤੋਂ ਬਾਹਰ ਨਿਕਲ ਸਕਣ, ਪਰ ਲੋਕਾਂ ਨੇ ਇਸ ਦਾ ਫਾਇਦਾ ਉਠਾਇਆ ਤੇ ਤੁਹਾਨੂੰ ਧੋਖਾ ਦਿੱਤਾ, ਤੁਹਾਨੂੰ ਠੱਗਿਆ। ਉਸ ਸੇਠ ਨੇ ਕਿਹਾ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਬੁੱਧ। ਮੇਰੇ ਦੁੱਖ ਦਾ ਕਾਰਨ ਮੇਰਾ ਬਹੁਤਾ ਸਿੱਧਾ, ਸਰਲ ਤੇ ਦਿਆਲੂ ਹੋਣਾ ਜਾਪਦਾ ਹੈ, ਪਰ ਮੈਨੂੰ ਹੁਣ ਕੀ ਕਰਨਾ ਚਾਹੀਦਾ ਹੈ? ਕਿਰਪਾ ਕਰਕੇ ਮੈਨੂੰ ਰਸਤਾ ਦਿਖਾਓ। ਕੀ ਮੈਨੂੰ ਬੁਰਾ ਬਣਨਾ ਚਾਹੀਦਾ ਹੈ? ਕੀ ਮੈਨੂੰ ਦਇਆ ਛੱਡ ਕੇ ਨਿਰਦਈ ਬਣਨਾ ਚਾਹੀਦਾ ਹੈ? ਕੀ ਚੰਗਾ ਕਰਨ ਦੀ ਕੋਈ ਕੀਮਤ ਨਹੀਂ ਹੈ ਇਸ ਸੰਸਾਰ ਵਿੱਚ? ਕਿਸੇ ਦੀ ਮਦਦ ਕਰਨ ਜਾਂ ਉਸ ਦਾ ਭਲਾ ਕਰਨ ਦਾ ਕੀ ਮਤਲਬ ਹੈ? ਕੀ ਇਸ ਸਭ ਦਾ ਇਹੀ ਨਤੀਜਾ ਮਿਲਦਾ ਹੈ? ਤਾਂ ਬੁੱਧ ਆਖਦੇ ਨੇ ਕਿ ਨਹੀਂ, ਤੁਹਾਨੂੰ ਇਹ ਸਭ ਕਰਨ ਦੀ ਲੋੜ ਨਹੀਂ ਹੈ। ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਇਨਸਾਨ ਜਿੰਨਾ ਚੰਗਾ ਹੁੰਦਾ ਹੈ ਉਸ ਨੂੰ ਓਨਾ ਹੀ ਜ਼ਿਆਦਾ ਦੁੱਖ ਮਿਲਦਾ ਹੈ। ਇਸ ਦਾ ਸਿੱਧਾ ਜਿਹਾ ਕਾਰਨ ਇਹੀ ਹੈ ਕਿ ਉਹ ਬੰਦਾ ਆਪਣੀ ਮਰਜ਼ੀ ਤੇ ਆਪਣੇ ਅਧਿਕਾਰਾਂ ਨੂੰ ਸਾਹਮਣੇ ਵਾਲੇ ਦੀਆਂ ਇੱਛਾਵਾਂ ਤੋਂ ਨੀਵਾਂ ਦਰਜਾ ਦਿੰਦਾ ਹੈ ਤੇ ਫਿਰ ਜਦੋਂ ਆਪਸੀ ਝਗੜਾ ਹੁੰਦਾ ਹੈ ਤਾਂ ਉਸ ਦਾ ਜ਼ਿਆਦਾ ਨੁਕਸਾਨ ਹੁੰਦਾ ਹੈ। ਪਰ ਇਸ ਦੇ ਉਲਟ ਸਾਨੂੰ ਹਮੇਸ਼ਾ ਇਹ ਵੀ ਨਹੀਂ ਸੋਚਣਾ ਚਾਹੀਦਾ ਕਿ ਸਾਡਾ ਚੰਗਿਆਈ ਕਰਨਾ ਤੇ ਭਲਾ ਕਰਨਾ ਬੇਕਾਰ ਹੈ ਜਾਂ ਇਹ ਸਿਰਫ ਸਾਡੀ ਕਮਜ਼ੋਰੀ ਹੈ। ਸਾਨੂੰ ਕਦੇ ਵੀ ਚੰਗਿਆਈ ਛੱਡਣੀ ਨਹੀਂ ਚਾਹੀਦੀ। ਸਾਨੂੰ ਬਸ ਇਹ ਸਿੱਖਣਾ ਚਾਹੀਦਾ ਹੈ ਕਿ ਕਦੇ-ਕਦੇ ਸਾਨੂੰ ਵੀ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ ਤੇ ਸਾਨੂੰ ਆਪਣੇ ਅਧਿਕਾਰਾਂ ਦੀ ਰੱਖਿਆ ਕਰਨੀ ਚਾਹੀਦੀ ਹੈ। ਇਸ ਲਈ ਸਾਨੂੰ ਚੰਗੇ ਇਨਸਾਨ ਬਣੇ ਰਹਿਣ ਦੇ ਨਾਲ-ਨਾਲ ਆਪਣੇ ਹੱਕਾਂ ਦੀ ਰਾਖੀ ਕਰਨੀ ਵੀ ਸਿੱਖਣੀ ਪਵੇਗੀ। ਜੇਕਰ ਸਾਨੂੰ ਗਲਤ ਤਰੀਕੇ ਨਾਲ ਨੁਕਸਾਨ ਹੋ ਰਿਹਾ ਹੈ, ਕੋਈ ਸਾਡਾ ਗਲਤ ਫਾਇਦਾ ਉਠਾ ਰਿਹਾ ਹੈ, ਤਾਂ ਇਸ ਦਾ ਸਾਹਮਣਾ ਕਰਨ ਦੇ ਲਈ ਸਾਨੂੰ ਸਹੀ ਤਰੀਕੇ ਨਾਲ ਖੜੇ ਹੋਣਾ ਬਹੁਤ ਜ਼ਰੂਰੀ ਹੈ। ਇਹੀ ਇੱਕ ਸੱਚੇ ਤੇ ਚੰਗੇ ਇਨਸਾਨ ਦੀ ਪਹਿਚਾਣ ਤੇ ਸ਼ਖਸੀਅਤ ਹੁੰਦੀ ਹੈ। ਉਹ ਆਦਮੀ ਮਹਾਤਮਾ ਬੁੱਧ ਨੂੰ ਕਹਿੰਦਾ ਹੈ ਕਿ ਮਹਾਤਮਾ ਜੀ, ਮੈਂ ਥੋੜ੍ਹਾ ਸਮਝ ਰਿਹਾ, ਪਰ ਫਿਰ ਵੀ ਮੈਨੂੰ ਪੂਰੀ ਸਮਝ ਨਹੀਂ ਆ ਰਹੀ। ਤਾਂ ਬੁੱਧ ਕਹਿੰਦੇ ਨੇ, ਆਓ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ। ਉਸ ਤੋਂ ਬਾਅਦ ਤੁਸੀਂ ਸਮਝ ਜਾਓਗੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਮਹਾਤਮਾ ਬੁੱਧ ਨੇ ਕਹਾਣੀ ਸੁਣਾਉਂਦੇ ਕਿਹਾ ਕਿ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਇੱਕ ਜੰਗਲ ਵਿੱਚ ਇੱਕ ਭੇਡ ਰਹਿੰਦੀ ਸੀ।
ਉਸ ਭੇਡ ਨੇ ਇੱਕ ਮੇਮਣੇ ਨੂੰ ਜਨਮ ਦਿੱਤਾ। ਉਹ ਮੇਮਣਾ ਬੜਾ ਹੀ ਸੋਹਣਾ ਸੀ। ਉਸ ਦੇ ਸਰੀਰ 'ਤੇ ਬਹੁਤ ਹੀ ਚਮਕਦਾਰ ਅਤੇ ਸੰਘਣੇ ਵਾਲ ਸੀ। ਉਹ ਬਹੁਤ ਸੋਹਣਾ ਲੱਗਦਾ ਸੀ। ਭੇਡ ਵੀ ਆਪਣੇ ਮੇਮਣੇ ਨੂੰ ਬਹੁਤ ਪਿਆਰ ਕਰਦੀ ਸੀ ਅਤੇ ਉਸ ਦੀ ਚੰਗੀ ਦੇਖਭਾਲ ਕਰਦੀ ਸੀ। ਭੇਡ ਆਪਣੇ ਮੇਮਣੇ ਨੂੰ ਚੰਗੀਆਂ ਗੱਲਾਂ ਸਿਖਾਉਂਦੀ ਅਤੇ ਉਸ ਨੂੰ ਚੰਗੇ ਸੰਸਕਾਰ ਦਿੰਦੀ। ਉਹ ਭੇਡ ਚਾਹੁੰਦੀ ਸੀ ਕਿ ਉਸ ਦਾ ਮੇਮਣਾ ਵੱਡਾ ਹੋ ਕੇ ਆਪਣਾ ਨਾਮ ਮਸ਼ਹੂਰ ਕਰੇ। ਪਰ ਭੇਡ ਦੇ ਜ਼ਿਆਦਾ ਲਾਡ ਪਿਆਰ ਕਾਰਨ ਹੁਣ ਮੇਮਣਾ ਵਿਗੜ ਰਿਹਾ ਸੀ। ਉਸ ਦੀ ਮਾਂ ਉਸ ਨੂੰ ਚੰਗੀ ਸਿੱਖਿਆ ਦਿੰਦੀ ਸੀ, ਉਸ ਨੂੰ ਚੰਗੀ ਤਰ੍ਹਾਂ ਰੱਖਦੀ, ਦਿਨ ਰਾਤ ਉਸ ਦੀ ਪੂਰੀ ਦੇਖਭਾਲ ਕਰਦੀ। ਪਰ ਮੇਮਣਾ ਦਿਨੋਂ ਦਿਨ ਹੋਰ ਵੀ ਸ਼ੈਤਾਨ ਅਤੇ ਜ਼ਿੱਦੀ ਹੁੰਦਾ ਗਿਆ। ਉਹ ਆਪਣੀ ਮਾਂ ਦੀ ਕਿਸੇ ਵੀ ਗੱਲ ਨੂੰ ਧਿਆਨ ਨਾਲ ਨਾ ਸੁਣਦਾ ਅਤੇ ਨਾ ਹੀ ਕਿਸੇ ਚੰਗੀ ਗੱਲ ਵੱਲ ਧਿਆਨ ਦਿੰਦਾ। ਹਰ ਪਲ ਉਸ ਨੂੰ ਇਹੀ ਲੱਗਦਾ ਸੀ ਕਿ ਮੇਰੀ ਮਾਂ ਮੇਰਾ ਇੰਨਾ ਖਿਆਲ ਰੱਖਦੀ ਹੈ ਅਤੇ ਇਸੇ ਕਾਰਨ ਉਹ ਆਪਣੀ ਕੋਈ ਜ਼ਿੰਮੇਵਾਰੀ ਨਾ ਨਿਭਾਉਂਦਾ। ਉਹ ਇਹ ਸੋਚਦਾ ਸੀ ਕਿ ਉਸ ਦੀ ਮਾਂ ਉਸ ਨੂੰ ਕਿਸੇ ਵੀ ਮੁਸੀਬਤ ਵਿੱਚੋਂ ਕੱਢ ਹੀ ਲਵੇਗੀ। ਉਹ ਹੌਲੀ ਹੌਲੀ ਗੈਰ ਜ਼ਿੰਮੇਵਾਰ ਹੁੰਦਾ ਜਾ ਰਿਹਾ ਸੀ ਅਤੇ ਹੁਣ ਉਸ ਭੇਡ ਦਾ ਲਾਡ ਪਿਆਰ ਉਸ ਦੇ ਮੇਮਣੇ ਦੇ ਚੰਗੇ ਅਤੇ ਜ਼ਿੰਮੇਵਾਰ ਬਣਨ ਵਿੱਚ ਰੁਕਾਵਟ ਬਣ ਗਿਆ ਸੀ। ਫਿਰ ਇੱਕ ਦਿਨ ਉਹ ਮੇਮਣਾ ਘੁੰਮਦਾ ਘੁੰਮਦਾ ਨੇੜੇ ਦੇ ਜੰਗਲ ਵਿੱਚ ਚਲਿਆ ਗਿਆ। ਉਹ ਪਹਿਲੀ ਵਾਰ ਜੰਗਲ ਵਿੱਚ ਗਿਆ ਸੀ। ਪਹਿਲੀ ਵਾਰ ਉਸ ਨੂੰ ਜੰਗਲ ਵਿੱਚ ਜਾਣ ਦਾ ਮੌਕਾ ਮਿਲਿਆ। ਉਹ ਜੰਗਲ ਦੀ ਸੁੰਦਰਤਾ ਦੇਖ ਕੇ ਦੰਗ ਰਹਿ ਗਿਆ। ਉਸਨੇ ਇੰਨਾ ਸੋਹਣਾ ਨਜ਼ਾਰਾ ਕਦੇ ਨਹੀਂ ਦੇਖਿਆ ਸੀ। ਇੰਨੇ ਸੋਹਣੇ ਬੂਟਿਆਂ ਅਤੇ ਰੰਗ ਬਰੰਗੇ ਫੁੱਲਾਂ ਨੂੰ ਦੇਖ ਕੇ ਉਸ ਨੂੰ ਬਹੁਤ ਵਧੀਆ ਮਹਿਸੂਸ ਹੋਇਆ। ਫਿਰ ਉਸਨੇ ਝਾੜੀਆਂ ਵਿੱਚੋਂ ਕੁਝ ਪੱਤੇ ਖਾਧੇ। ਜਿਵੇਂ ਹੀ ਉਸਨੇ ਪੇਟ ਭਰਨ ਲਈ ਦਰਖਤਾਂ ਦੇ ਪੱਤੇ ਖਾਧੇ ਤਾਂ ਉਸਨੂੰ ਉਹ ਬਹੁਤ ਸਵਾਦ ਲੱਗੇ। ਹੁਣ ਉਹ ਮੇਮਣਾ ਹਰ ਰੋਜ਼ ਜੰਗਲ ਵਿੱਚ ਜਾ ਕੇ ਉੱਥੋਂ ਦੇ ਰੁੱਖਾਂ ਬੂਟਿਆਂ ਨੂੰ ਬਿਨਾਂ ਮਤਲਬ ਦੇ ਨੁਕਸਾਨ ਪਹੁੰਚਾ ਰਿਹਾ ਸੀ। ਉਸਨੇ ਉਹਨਾਂ ਦੇ ਪੱਤੇ ਪੁੱਟੇ ਅਤੇ ਉਹਨਾਂ ਦੇ ਫੁੱਲ ਤੋੜੇ। ਕੁਝ ਫੁੱਲ ਖਾ ਲਏ ਅਤੇ ਕੁਝ ਤੋੜ ਕੇ ਜ਼ਮੀਨ 'ਤੇ ਸੁੱਟ ਦਿੱਤੇ। ਉਸ ਮੇਮਣੇ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਜੰਗਲ ਵਿੱਚ ਕੋਈ ਖਤਰਾ ਵੀ ਹੈ। ਉਹ ਤਾਂ ਬਸ ਮਸਤ ਮੌਲਾ ਹੋ ਕੇ ਜੰਗਲ ਵਿੱਚ ਛਾਲਾਂ ਮਾਰ ਰਿਹਾ ਸੀ ਅਤੇ ਪੌਦਿਆਂ ਦੇ ਪੱਤੇ ਖਾ ਘਟ ਰਿਹਾ ਸੀ, ਸਗੋਂ ਉਹਨਾਂ ਦਾ ਨੁਕਸਾਨ ਜ਼ਿਆਦਾ ਕਰ ਰਿਹਾ ਸੀ। ਫਿਰ ਇੱਕ ਦਿਨ ਜਿਵੇਂ ਹੀ ਉਸ ਦੀ ਮਾਂ ਨੂੰ ਯਾਨੀ ਕਿ ਭੇਡ ਨੂੰ ਪਤਾ ਲੱਗਿਆ ਕਿ ਮੇਮਣਾ ਹਰ ਰੋਜ਼ ਜੰਗਲ ਵਿੱਚ ਜਾਂਦਾ ਹੈ ਤਾਂ ਉਹ ਬਹੁਤ ਡਰ ਗਈ ਅਤੇ ਮੇਮਣੇ ਨੂੰ ਬੁਲਾ ਕੇ ਸਮਝਾਉਣ ਲੱਗੀ ਕਿ ਉਹ ਜੰਗਲ ਵਿੱਚ ਨਾ ਜਾਵੇ। ਉੱਥੇ ਬਹੁਤ ਸਾਰੇ ਭਿਆਨਕ ਜਾਨਵਰ ਨੇ, ਉਹ ਤੇਰੇ ਉੱਤੇ ਹਮਲਾ ਕਰਨਗੇ ਅਤੇ ਤੈਨੂੰ ਖਾ ਜਾਣਗੇ। ਪਰ ਮਾਂ ਦੀਆਂ ਗੱਲਾਂ ਦਾ ਉਸ ਉੱਤੇ ਕੋਈ ਅਸਰ ਨਹੀਂ ਹੋਇਆ। ਸਗੋਂ ਮੇਮਣੇ ਨੇ ਆਪਣੀ ਮਾਂ ਨੂੰ ਹੀ ਬੋਲਣਾ ਸ਼ੁਰੂ ਕਰ ਦਿੱਤਾ ਕਿ ਜੋ ਵੀ ਮੇਰੇ ਸਾਹਮਣੇ ਆਵੇਗਾ ਉਹ ਮੇਰੇ ਤੋਂ ਬੁਰੀ ਤਰ੍ਹਾਂ ਮਾਰ ਖਾਵੇਗਾ। ਕੁਝ ਦਿਨ ਬਾਅਦ ਫਿਰ ਉਹ ਮੇਮਣਾ ਜੰਗਲ ਵੱਲ ਭੱਜਿਆ। ਉਸ ਨੂੰ ਆਪਣੀ ਮਾਂ ਦੀਆਂ ਗੱਲਾਂ ਝੂਠੀਆਂ ਲੱਗੀਆਂ। ਰੋਜ਼ ਵਾਂਗ ਅੱਜ ਵੀ ਉਹ ਛਾਲਾਂ ਮਾਰ-ਮਾਰ ਦਰਖਤਾਂ ਦੇ ਪੱਤੇ ਪੁੱਟਣ ਲੱਗਾ। ਪਰ ਉਸ ਦਿਨ ਇੱਕ ਸ਼ੇਰ ਉਸ ਜੰਗਲ ਵਿੱਚ ਪਹੁੰਚ ਗਿਆ। ਉਹ ਸ਼ੇਰ ਬਹੁਤ ਤਾਕਤਵਰ ਸੀ, ਪਰ ਉਹ ਤਾਕਤਵਰ ਹੋਣ ਦੇ ਨਾਲ-ਨਾਲ ਬੜਾ ਦਿਆਲੂ ਵੀ ਸੀ। ਸ਼ੇਰ ਦਾ ਮੰਨਣਾ ਸੀ ਕਿ ਕਮਜ਼ੋਰ ਪ੍ਰਾਣੀਆਂ ਨੂੰ ਨੁਕਸਾਨ ਪਹੁੰਚਾਉਣਾ ਠੀਕ ਨਹੀਂ ਹੈ। ਤਾਕਤਵਰ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ਕਿਸੇ ਕਮਜ਼ੋਰ ਜਾਨਵਰ ਉੱਤੇ ਤਾਕਤ ਦੀ ਵਰਤੋਂ ਕਰਾਂ। ਉਹ ਸ਼ੇਰ ਉਸ ਜੰਗਲ ਵਿੱਚ ਘੁੰਮਣ ਲੱਗਾ ਅਤੇ ਘੁੰਮਦੇ ਘੁੰਮਦੇ ਉੱਥੇ ਪਹੁੰਚ ਗਿਆ ਜਿੱਥੇ ਉਹ ਨਾ ਸਮਝ ਮੇਮਣਾ ਸ਼ਰਾਰਤ ਕਰ ਰਿਹਾ ਸੀ। ਸ਼ੇਰ ਮੇਮਣੇ ਨੂੰ ਦੇਖ ਕੇ ਹੈਰਾਨ ਰਹਿ ਗਿਆ। ਸ਼ੇਰ ਹੈਰਾਨ ਹੋਇਆ ਕਿ ਇਸ ਮੇਮਣੇ ਨੂੰ ਕਿਸੇ ਵਹਿਸ਼ੀ ਜਾਨਵਰ ਦਾ ਡਰ ਕਿਉਂ ਨਹੀਂ ਹੈ। ਇਹ ਕਿਵੇਂ ਰੁੱਖਾਂ ਅਤੇ ਪੌਦਿਆਂ ਦੇ ਪੱਤੇ ਬਿਨਾਂ ਕੰਮ ਦੇ ਤੋੜ ਰਿਹਾ ਹੈ, ਉਹਨਾਂ ਨੂੰ ਨਸ਼ਟ ਕਰ ਰਿਹਾ ਹੈ ਅਤੇ ਉਹਨਾਂ ਪੱਤਿਆਂ ਨੂੰ ਖਾ ਨਹੀਂ ਰਿਹਾ, ਸਗੋਂ ਵਿਗਾੜ ਜ਼ਿਆਦਾ ਰਿਹਾ। ਸ਼ੇਰ ਚੁੱਪਚਾਪ ਖੜ੍ਹਾ ਹੋ ਕੇ ਕੁਝ ਦੇਰ ਉਸ ਵੱਲ ਦੇਖਦਾ ਰਿਹਾ। ਸ਼ੇਰ ਨੇ ਸੋਚਿਆ ਸੀ ਕਿ ਕੁਝ ਸਮੇਂ ਬਾਅਦ ਮੇਮਣਾ ਮੈਨੂੰ ਦੇਖ ਡਰ ਕੇ ਇੱਥੋਂ ਭੱਜ ਜਾਵੇਗਾ, ਇਸ ਲਈ ਮੈਨੂੰ ਆਪਣੀ ਤਾਕਤ ਦੀ ਵਰਤੋਂ ਨਹੀਂ ਕਰਨੀ ਪਵੇਗੀ। ਪਰ ਅਜਿਹਾ ਨਹੀਂ ਹੋਇਆ। ਸ਼ੇਰ ਕਾਫੀ ਦੇਰ ਤੱਕ ਉੱਥੇ ਖੜ੍ਹਾ ਰਿਹਾ ਅਤੇ ਮੇਮਣੇ ਦੇ ਜਾਣ ਦੀ ਉਡੀਕ ਕਰਨ ਲੱਗਾ। ਪਰ ਮੇਮਣਾ ਮਸਤੀ ਵਿੱਚ ਰੁੱਝਿਆ ਹੋਇਆ ਸੀ। ਉਸ ਨੂੰ ਸ਼ੇਰ ਦੀ ਕੋਈ ਪਰਵਾਹ ਨਹੀਂ ਸੀ। ਉਹ ਦਰਖਤਾਂ ਤੋਂ ਪੱਤੇ ਤੋੜ ਰਿਹਾ ਸੀ, ਕੁਝ ਖਾ ਰਿਹਾ ਸੀ ਅਤੇ ਕੁਝ ਵਿਅਰਥ ਕਰ ਰਿਹਾ ਸੀ। ਜਦੋਂ ਸ਼ੇਰ ਨੇ ਦੇਖਿਆ ਕਿ ਮੇਮਣਾ ਉਸ ਨੂੰ ਦੇਖ ਕੇ ਵੀ ਇਹ ਸਭ ਛੱਡ ਨਹੀਂ ਰਿਹਾ ਤਾਂ ਫਿਰ ਉਹ ਆਪ ਮੇਮਣੇ ਕੋਲ ਗਿਆ ਅਤੇ ਬੋਲਿਆ, ਸੁਣ ਬੱਚਾ, ਤੂੰ ਇਸ ਜੰਗਲ ਵਿੱਚ ਫੁੱਲ ਪੱਤਿਆਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਹਨਾਂ ਨੂੰ ਸਿਰਫ ਓਨਾ ਹੀ ਕੱਟ ਜਿੰਨਾ ਤੈਨੂੰ ਆਪਣੇ ਭੋਜਨ ਲਈ ਚਾਹੀਦਾ ਹੈ। ਤੂੰ ਬਹੁਤ ਸਾਰੇ ਫੁੱਲ ਅਤੇ ਪੱਤੇ ਐਵੇਂ ਹੀ ਉਜਾੜ ਰਿਹਾ ਹੈ।
ਜੇ ਤੂੰ ਇਹਨਾਂ ਰੁੱਖਾਂ ਪੌਦਿਆਂ ਤੇ ਫੁੱਲਾਂ ਨੂੰ ਨੁਕਸਾਨ ਪਹੁੰਚਾਵੇਂਗਾ ਤਾਂ ਤੂੰ ਚੰਗਾ ਬੱਚਾ ਕਿਵੇਂ ਬਣੇਗਾ? ਚੰਗੇ ਬੱਚੇ ਕਦੇ ਵੀ ਇਸ ਤਰ੍ਹਾਂ ਜੰਗਲ ਵਿੱਚ ਆ ਕੇ ਰੁੱਖਾਂ ਤੇ ਪੌਦਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਤੇਰੀ ਮਾਂ ਨੇ ਤੈਨੂੰ ਚੰਗਾ ਬੱਚਾ ਨਹੀਂ ਬਣਾਇਆ। ਸ਼ੇਰ ਦੀ ਗੱਲ ਸੁਣ ਕੇ ਉਹ ਮੇਮਣਾ ਘਮੰਡ ਨਾਲ ਬੋਲਿਆ, ਤੈਨੂੰ ਚੰਗਾ ਬੱਚਾ ਹੀ ਰਹਿਣਾ ਹੈ ਤਾਂ ਤੂੰ ਰਹਿ। ਮੈਂ ਜਿਵੇਂ ਹਾਂ ਠੀਕ ਹਾਂ। ਮੈਂ ਤਾਂ ਉਸ ਤਰ੍ਹਾਂ ਹੀ ਰਹਾਂਗਾ ਜਿਵੇਂ ਮੈਂ ਰਹਿਣਾ ਚਾਹੁੰਦਾ। ਸ਼ੇਰ ਹੈਰਾਨ ਹੁੰਦਾ ਹੈ, ਪਰ ਫਿਰ ਵੀ ਸ਼ੇਰ ਨੇ ਮੇਮਣੇ ਨੂੰ ਬੱਚਾ ਸਮਝ ਕੇ ਉਸ ਨੂੰ ਮਾਫ਼ ਕਰ ਦਿੱਤਾ, ਕਿਉਂਕਿ ਸ਼ੇਰ ਨਹੀਂ ਸੀ ਚਾਹੁੰਦਾ ਕਿ ਉਹ ਬੱਚੇ ਉੱਤੇ ਹਮਲਾ ਕਰੇ। ਮੇਮਣਾ ਪਿੱਛੇ ਦੀ ਫਿਰ ਬੋਲਿਆ, ਤੂੰ ਕਿਤੋਂ ਖਤਰਨਾਕ ਤਾਂ ਲੱਗਦਾ ਨਹੀਂ, ਜਾ ਚਲਿਆ ਜਾ ਇੱਥੋਂ। ਵੱਡਾ ਆਇਆ ਖਤਰਨਾਕ, ਮੇਰਾ ਦਿਮਾਗ ਨਾ ਬਹੁਤਾ ਖਰਾਬ ਕਰ। ਚਲਿਆ ਜਾ ਇੱਥੋਂ, ਆਪਣਾ ਰਸਤਾ ਲੱਭ ਤੇ ਮੈਨੂੰ ਇਹ ਫੁੱਲ ਤੇ ਪੱਤੇ ਖਾਣ ਦੇ। ਇਹ ਕਹਿ ਕੇ ਹੰਕਾਰੀ ਮੇਮਣਾ ਪੱਤੇ ਖਾ ਕੇ ਅੱਗੇ ਵਧਿਆ ਤੇ ਸ਼ੇਰ ਬਸ ਉਸ ਨੂੰ ਹੈਰਾਨੀ ਨਾਲ ਦੇਖਦਾ ਰਿਹਾ। ਉਦੋਂ ਹੀ ਨੇੜੇ ਝਾੜੀਆਂ ਦੇ ਪਿੱਛੇ ਇੱਕ ਲੂੰਬੜੀ ਲੁਕੀ ਹੋਈ ਸੀ। ਉਹ ਲੂੰਬੜੀ ਸ਼ੇਰ ਤੇ ਮੇਮਣੇ ਦੀ ਸਾਰੀ ਗੱਲ ਸੁਣ ਰਹੀ ਸੀ। ਲੂੰਬੜੀ ਸ਼ੇਰ ਰਾਜੇ ਦੀ ਇਸ ਤਰ੍ਹਾਂ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰ ਸਕੀ, ਇਸ ਲਈ ਉਹ ਝਾੜੀਆਂ ਵਿੱਚੋਂ ਬਾਹਰ ਨਿਕਲ ਕੇ ਸ਼ੇਰ ਕੋਲ ਆਈ ਤੇ ਕਹਿਣ ਲੱਗੀ, ਮਹਾਰਾਜ, ਤੁਸੀਂ ਇਸ ਜੰਗਲ ਦੇ ਰਾਜੇ ਹੋ, ਤੁਸੀਂ ਬਹੁਤ ਸ਼ਕਤੀਸ਼ਾਲੀ ਹੋ। ਜੇ ਤੁਸੀਂ ਚਾਹੁੰਦੇ ਤਾਂ ਤੁਸੀਂ ਇਸ ਮੇਮਣੇ ਨੂੰ 2 ਮਿੰਟਾਂ ਵਿੱਚ ਮਜ਼ਾ ਚਖਾ ਸਕਦੇ ਸੀ ਤੇ ਉਸ ਨੂੰ ਤੁਹਾਡਾ ਅਪਮਾਨ ਕਰਨ ਤੋਂ ਰੋਕ ਸਕਦੇ ਸੀ। ਫਿਰ ਤੁਸੀਂ ਕੁਝ ਵੀ ਕਿਉਂ ਨਹੀਂ ਕੀਤਾ? ਇਸ ਤੇ ਸ਼ੇਰ ਨੇ ਕਿਹਾ, ਮੈਂ ਉਸ ਬੱਚੇ ਦੀ ਭਲਾਈ ਬਾਰੇ ਸੋਚਿਆ। ਮੈਂ ਅਜਿਹੇ ਕਿਸੇ ਬੱਚੇ ਨੂੰ ਆਪਣੀ ਤਾਕਤ ਦਾ ਸ਼ਿਕਾਰ ਨਹੀਂ ਬਣਾਉਣਾ ਚਾਹੁੰਦਾ। ਇਹ ਸਭ ਸੁਣ ਕੇ ਲੂੰਬੜੀ ਨੇ ਕਿਹਾ ਕਿ ਮਹਾਰਾਜ, ਪਰ ਤੁਹਾਡੇ ਸਿੱਧੇ ਸਾਦੇ ਹੋਣ ਤੇ ਦਿਆਲਤਾ ਦੇ ਕਾਰਨ ਮੇਮਣੇ ਦਾ ਹੌਸਲਾ ਵੱਧ ਗਿਆ ਹੈ, ਹਿੰਮਤ ਵੱਧ ਗਈ ਹੈ। ਉਹ ਤੁਹਾਡੇ ਸਿੱਧੇਪਣ ਦਾ ਗਲਤ ਫਾਇਦਾ ਉਠਾ ਕੇ ਇੱਧਰ ਉੱਧਰ ਜੰਗਲ ਵਿੱਚ ਘੁੰਮ ਰਿਹਾ ਹੈ ਤੇ ਰੁੱਖਾਂ ਤੇ ਬੂਟਿਆਂ ਦਾ ਨੁਕਸਾਨ ਕਰ ਰਿਹਾ ਹੈ। ਮੈਂ ਜਾਣਦੀ ਹਾਂ ਕਿ ਕਿਸੇ ਕਮਜ਼ੋਰ ਪ੍ਰਾਣੀ ਤੇ ਹਮਲਾ ਨਹੀਂ ਕਰਨਾ ਚਾਹੀਦਾ। ਇਹ ਬਹੁਤ ਮਾੜੀ ਗੱਲ ਹੈ ਤੇ ਦਿਆਲੂ ਹੋਣਾ ਵੀ ਚੰਗਾ ਗੁਣ ਹੈ, ਪਰ ਕਈ ਵਾਰ ਸ਼ਾਸਨ ਵਿੱਚ ਡਰ ਦਿਖਾਉਣਾ ਜ਼ਰੂਰੀ ਹੁੰਦਾ ਹੈ। ਤੁਸੀਂ ਠੀਕ ਕਹਿ ਰਹੇ ਹੋ ਕਿ ਪਰਜਾ ਨਾਲ ਦਇਆ ਨਾਲ ਪੇਸ਼ ਹੋਣਾ ਚਾਹੀਦਾ ਹੈ, ਪਰ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਰਾਜੇ ਦਾ ਡਰ ਹੋਵੇ ਤਾਂ ਜੋ ਉਹ ਅਜਿਹੇ ਅਪਰਾਧ ਨਾ ਕਰਨ ਜਾਂ ਕੋਈ ਮਰਿਆਦਾ ਭੰਗ ਨਾ ਕਰਨ। ਲੂੰਬੜੀ ਦੀ ਗੱਲ ਸੁਣ ਕੇ ਜੰਗਲ ਦਾ ਰਾਜਾ ਸ਼ੇਰ ਉਸ ਨੂੰ ਕਹਿੰਦਾ ਹੈ ਕਿ ਕੀ ਇਹ ਹੋ ਸਕਦਾ ਹੈ ਕਿ ਮੇਮਣੇ ਨੂੰ ਡਰ ਦਿਖਾ ਕੇ ਅਸੀਂ ਉਸ ਨੂੰ ਕਾਬੂ ਕਰ ਸਕੀਏ ਤਾਂ ਜੋ ਉਹ ਸੁਧਰ ਵੀ ਜਾਵੇ ਤੇ ਉਸ ਮੇਮਣੇ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਵੀ ਨਾ ਹੋਵੇ? ਕੀ ਤੂੰ ਇਹ ਕਰ ਸਕਦੀ ਹੈ? ਸ਼ੇਰ ਦੀ ਗੱਲ ਸੁਣ ਕੇ ਲੂੰਬੜੀ ਕਹਿੰਦੀ ਹੈ, ਹਾਂ ਸਾਹਿਬ, ਮੈਂ ਅਜਿਹਾ ਕੰਮ ਜ਼ਰੂਰ ਕਰ ਸਕਦੀ ਹਾਂ ਕਿ ਉਹ ਡਰ ਵੀ ਜਾਵੇ, ਸੁਧਰ ਵੀ ਜਾਵੇ ਤੇ ਉਸ ਨੂੰ ਕੋਈ ਨੁਕਸਾਨ ਵੀ ਨਾ ਪਹੁੰਚੇ। ਮੈਂ ਉਸ ਨੂੰ ਇੰਨਾ ਡਰਾ ਦਿਆਂਗੀ ਕਿ ਉਹ ਫਿਰ ਕਦੇ ਜੰਗਲ ਵਿੱਚ ਵੜਨ ਦੀ ਹਿੰਮਤ ਨਹੀਂ ਕਰੇਗਾ। ਮੈਂ ਉਸ ਨੂੰ ਇਸ ਤਰ੍ਹਾਂ ਡਰਾਵਾਂਗੀ ਕਿ ਉਸ ਦੇ ਮਨ ਵਿੱਚ ਡਰ ਵਸ ਜਾਵੇਗਾ ਤੇ ਫਿਰ ਉਹ ਜੰਗਲ ਦੇ ਰੁੱਖਾਂ ਤੇ ਪੌਦਿਆਂ ਨੂੰ ਨੁਕਸਾਨ ਵੀ ਨਹੀਂ ਪਹੁੰਚਾਵੇਗਾ। ਲੂੰਬੜੀ ਕਹਿੰਦੀ ਹੈ ਕਿ ਉਸ ਦੀ ਮਾਂ ਉਸ ਨੂੰ ਕਦੇ ਸੁਧਾਰ ਨਹੀਂ ਸਕੀ, ਪਰ ਉਹ ਉਸ ਨੂੰ ਜ਼ਰੂਰ ਸੁਧਾਰੇਗੀ। ਲੂੰਬੜੀ ਦੀਆਂ ਗੱਲਾਂ ਸੁਣ ਕੇ ਸ਼ੇਰ ਬੋਲਿਆ, ਠੀਕ ਹੈ, ਤੂੰ ਕੋਸ਼ਿਸ਼ ਕਰਕੇ ਦੇਖ। ਜੇਕਰ ਤੂੰ ਇਸ ਵਿੱਚ ਕਾਮਯਾਬ ਹੋ ਗਈ ਤਾਂ ਮੈਂ ਤੈਨੂੰ ਜੰਗਲ ਦੇ ਸਾਰੇ ਜਾਨਵਰਾਂ ਦੇ ਸਾਹਮਣੇ ਇਨਾਮ ਦਿਆਂਗਾ। ਲੂੰਬੜੀ ਸ਼ੇਰ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਈ। ਉਹ ਤੁਰੰਤ ਮੇਮਣੇ ਕੋਲ ਗਈ ਤੇ ਉਸ ਮੇਮਣੇ ਉੱਪਰ ਵਰ ਪਈ। ਮੇਮਣਾ ਜਿਵੇਂ ਹੀ ਉੱਥੋਂ ਭੱਜਣ ਲੱਗਾ, ਲੂੰਬੜੀ ਨੇ ਉਸ ਨੂੰ ਧੱਕਾ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ ਤੇ ਆਪਣੇ ਮਜ਼ਬੂਤ ਪੰਜਿਆਂ ਨਾਲ ਉਸ ਨੂੰ ਫੜ ਲਿਆ। ਮੇਮਣੇ ਨੂੰ ਫੜਨ ਤੋਂ ਬਾਅਦ ਲੂੰਬੜੀ ਨੇ ਮੇਮਣੇ ਨੂੰ ਪੁੱਛਿਆ ਕਿ ਦੱਸ, ਤੈਨੂੰ ਮਾਰ ਕੇ ਖਾ ਲਿਆ ਜਾਵੇ ਜਾਂ ਛੱਡ ਦਿੱਤਾ ਜਾਵੇ? ਤੂੰ ਇਸ ਜੰਗਲ ਦੇ ਰੁੱਖਾਂ, ਪੌਦਿਆਂ, ਫੁੱਲਾਂ ਤੇ ਕਮਜ਼ੋਰ ਜੀਵਾਂ ਨਾਲ ਵੀ ਅਜਿਹਾ ਹੀ ਕੀਤਾ ਹੈ। ਮੇਰੇ ਖਿਆਲ ਵਿੱਚ ਤਾਂ ਤੈਨੂੰ ਮਾਰ ਹੀ ਦੇਣਾ ਚਾਹੀਦਾ ਹੈ। ਲੂੰਬੜੀ ਦੀਆਂ ਗੱਲਾਂ ਸੁਣ ਕੇ ਉਹ ਡਰ ਨਾਲ ਥਰ-ਥਰ ਕੰਬਣ ਲੱਗਾ। 1 ਮਿੰਟ ਵਿੱਚ ਉਸ ਦੀ ਸਾਰੀ ਆਕੜ ਨਿਕਲ ਗਈ। ਫਿਰ ਉਹ ਲੂੰਬੜੀ ਦੇ ਤਰਲੇ ਕੱਢਣ ਲੱਗਾ, ਮੈਨੂੰ ਮਾਫ਼ ਕਰ ਦਿਓ, ਮੈਨੂੰ ਛੱਡ ਦਿਓ, ਮੈਨੂੰ ਇੱਥੋਂ ਜਾਣ ਦਿਓ। ਮੈਂ ਕਦੇ ਜੰਗਲ ਵਿੱਚ ਵਾਪਸ ਨਹੀਂ ਆਵਾਂਗਾ, ਨਾ ਹੀ ਮੈਂ ਕਦੇ ਰੁੱਖਾਂ ਤੇ ਪੌਦਿਆਂ ਨੂੰ ਕੋਈ ਨੁਕਸਾਨ ਪਹੁੰਚਾਵਾਂਗਾ ਤੇ ਹੁਣ ਕਦੇ ਵੀ ਮੈਂ ਕੋਈ ਗਲਤੀ ਨਹੀਂ ਕਰਾਂਗਾ। ਫਿਰ ਲੂੰਬੜੀ ਨੇ ਮੇਮਣੇ ਦੀ ਪਕੜ ਢਿੱਲੀ ਕਰ ਦਿੱਤੀ। ਜਿਵੇਂ ਹੀ ਮੇਮਣੇ ਦੀ ਪਕੜ ਢਿੱਲੀ ਹੋਈ, ਉਹ ਤੇਜ਼ੀ ਨਾਲ ਛੁੱਟ ਕੇ ਭੱਜਣ ਲੱਗਾ। ਉਹ ਡਿੱਗਦਾ ਢਹਿੰਦਾ ਤੇ ਕੰਬਦਾ ਹੋਇਆ ਆਪਣੀ ਮਾਂ ਕੋਲ ਜਾ ਪਹੁੰਚਿਆ।
ਦੂਜੇ ਪਾਸੇ ਲੂੰਬੜੀ ਸ਼ੇਰ ਕੋਲ ਗਈ ਤੇ ਜਾ ਕੇ ਸਿਰ ਝੁਕਾ ਕੇ ਕਿਹਾ, ਦੇਖੋ ਮਹਾਰਾਜ, ਤਾਕਤ ਦੇ ਨਾਲ ਦਿਮਾਗ ਦੀ ਵਰਤੋਂ ਕਰਨਾ ਵੀ ਬਹੁਤ ਜ਼ਰੂਰੀ ਹੈ। ਤਾਂ ਹੀ ਲੋਕ ਸਾਡੀ ਇੱਜ਼ਤ ਕਰਦੇ ਨੇ। ਫਿਰ ਹੀ ਸਾਡੀ ਚੰਗਿਆਈ ਦਾ ਫਾਇਦਾ ਉਠਾਉਣ ਤੋਂ ਬਚਾਅ ਹੋ ਸਕਦਾ ਹੈ। ਲੂੰਬੜੀ ਦੀ ਗੱਲ ਸੁਣ ਕੇ ਸ਼ੇਰ ਲੂੰਬੜੀ ਦੀ ਕਾਬਲੀਅਤ ਤੋਂ ਪ੍ਰਭਾਵਿਤ ਹੋਇਆ। ਉਸਨੇ ਸਾਰੇ ਜਾਨਵਰਾਂ ਦੇ ਸਾਹਮਣੇ ਲੂੰਬੜੀ ਨੂੰ ਇਨਾਮ ਦਿੱਤਾ। ਦੂਜੇ ਪਾਸੇ ਮੇਮਣਾ ਡਰਦਾ ਹੋਇਆ ਆਪਣੀ ਮਾਂ ਕੋਲ ਆਇਆ ਤੇ ਉਸ ਨੂੰ ਜੱਫੀ ਪਾ ਕੇ ਉਸ ਤੋਂ ਮਾफ़ੀ ਮੰਗਣ ਲੱਗਾ। ਮਾਂ, ਮੈਨੂੰ ਮਾफ़ ਕਰ ਦਿਓ। ਮੈਂ ਕਦੇ ਵੀ ਤੁਹਾਡੀ ਗੱਲ ਨਹੀਂ ਸੁਣੀ। ਤੁਸੀਂ ਮੈਨੂੰ ਇਹ ਦੱਸਣ ਵਿੱਚ ਹਮੇਸ਼ਾ ਸਹੀ ਸੀ ਕਿ ਜੰਗਲ ਵਿੱਚ ਬਹੁਤ ਖਤਰਨਾਕ ਜਾਨਵਰ ਰਹਿੰਦੇ ਨੇ। ਅੱਜ ਤੋਂ ਬਾਅਦ ਮੈਂ ਉਸ ਜੰਗਲ ਵੱਲ ਕਦੇ ਨਹੀਂ ਦੇਖਾਂਗਾ। ਫਿਰ ਮਹਾਤਮਾ ਬੁੱਧ ਉਸ ਵਪਾਰੀ ਨੂੰ ਕਹਿੰਦੇ ਨੇ, ਬੇਟਾ, ਇੰਨੇ ਮਿੱਠੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਖਾ ਜਾਣ, ਤੇ ਨਾ ਹੀ ਇੰਨੇ ਕੌੜੇ ਬਣੋ ਕਿ ਲੋਕ ਤੁਹਾਨੂੰ ਛੱਡ ਜਾਣ। ਬਹੁਤਾ ਚੰਗਾ ਹੋਣਾ ਵੀ ਵਿਅਕਤੀ ਨੂੰ ਨੁਕਸਾਨ ਪਹੁੰਚਾਵੇਗਾ। ਲੋਕ ਉਸ ਦੀ ਇੱਜ਼ਤ ਨਹੀਂ ਕਰਨਗੇ, ਸਗੋਂ ਉਸ ਨੂੰ ਪਾਗਲ ਸਮਝਣਗੇ। ਗੌਤਮ ਬੁੱਧ ਉਸ ਸੇਠ ਵਪਾਰੀ ਨੂੰ ਕਹਿੰਦੇ ਨੇ ਕਿ ਜੇਕਰ ਸ਼ੇਰ ਵੀ ਚੰਗਾ ਹੋਣ ਦਾ ਦਿਖਾਵਾ ਕਰੇਗਾ ਜਾਂ ਚੰਗਾ ਬਣ ਕੇ ਰਹੇਗਾ ਤਾਂ ਲੋਕ ਉਸ ਤੋਂ ਡਰਨ ਦੀ ਬਜਾਏ ਉਸ ਨੂੰ ਪਾਗਲ ਸਮਝਣਗੇ। ਸੇਠ ਨੂੰ ਸਮਝਾਉਂਦੇ ਹੋਏ ਮਹਾਤਮਾ ਨੇ ਕਿਹਾ, ਜੇਕਰ ਅਸੀਂ ਚੰਗੇ ਤਰੀਕੇ ਨਾਲ ਵਿਹਾਰ ਕਰਦੇ ਹਾਂ ਤਾਂ ਲੋਕ ਸਾਡੀ ਚੰਗਿਆਈ ਦਾ ਫਾਇਦਾ ਉਠਾਉਣ ਲੱਗ ਪੈਂਦੇ ਨੇ। ਭਾਵੇਂ ਹੀ ਤੁਸੀਂ ਲੋਕਾਂ ਦੀ ਮਦਦ ਕਰਦੇ ਹੋ, ਪਰ ਉਹੀ ਲੋਕ ਭੋਲੇ ਬਣ ਕੇ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨਗੇ। ਤੁਹਾਨੂੰ ਲੋਕਾਂ ਦੀ ਮਦਦ ਕਰਨਾ ਬੰਦ ਨਹੀਂ ਕਰਨਾ ਚਾਹੀਦਾ, ਸਗੋਂ ਉਹਨਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਉਹਨਾਂ ਨੂੰ ਪੈਸੇ ਦੇਣ ਦੀ ਬਜਾਏ ਉਹਨਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਪੈਸੇ ਦੀ ਲੋੜ ਹੋਵੇ ਤਾਂ ਥੋੜ੍ਹੇ ਬਹੁਤ ਪੈਸੇ ਦੇ ਸਕਦੇ ਹੋ, ਪਰ ਹਰ ਸਮੱਸਿਆ ਨੂੰ ਪੈਸੇ ਨਾਲ ਹੱਲ ਕਰਨ ਦੀ ਬਜਾਏ ਉਸ ਦੇ ਇਲਾਜ ਰਾਹੀਂ ਉਸ ਦਾ ਹੱਲ ਕਰੋ। ਇਸ ਤਰ੍ਹਾਂ ਕਰਨ ਨਾਲ ਸਿਰਫ ਉਹੀ ਲੋਕ ਤੁਹਾਡੇ ਕੋਲ ਸਮੱਸਿਆਵਾਂ ਲੈ ਕੇ ਆਉਣਗੇ ਜਿਨ੍ਹਾਂ ਨੂੰ ਅਸਲ ਵਿੱਚ ਕੋਈ ਸਮੱਸਿਆ ਹੈ। ਇਸ ਤਰ੍ਹਾਂ ਤੁਹਾਨੂੰ ਧੋਖਾ ਦੇਣ ਵਾਲਿਆਂ ਤੋਂ ਆਜ਼ਾਦੀ ਮਿਲ ਜਾਵੇਗੀ। ਸੋ ਸੇਠ ਮਹਾਤਮਾ ਬੁੱਧ ਨੂੰ ਨਮਸਕਾਰ ਕਰਦਾ ਹੈ ਤੇ ਧੰਨਵਾਦ ਕਹਿ ਕੇ ਉੱਥੋਂ ਚਲਿਆ ਜਾਂਦਾ ਹੈ। ਫਿਰ ਉਹ ਬੁੱਧ ਦੇ ਕਹੇ ਅਨੁਸਾਰ ਕਰਮ ਕਰਦਾ ਹੈ ਤੇ ਕੁਝ ਹੀ ਸਾਲਾਂ ਵਿੱਚ ਉਹ ਪਹਿਲਾਂ ਵਾਂਗ ਅਮੀਰ ਹੋ ਜਾਂਦਾ ਹੈ। ਸੋ ਦੋਸਤੋ, ਅੱਜ ਦੀ ਵੀਡੀਓ ਤੋਂ ਤੁਸੀਂ ਕੀ ਸਿੱਖਿਆ ਹੈ, ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ। ਇਸ ਦੇ ਨਾਲ ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ। ਇਸ ਵੀਡੀਓ ਨੂੰ ਉਸ ਵਿਅਕਤੀ ਨਾਲ ਸਾਂਝਾ ਕਰੋ ਜਿਸ ਨੂੰ ਇਹ ਕਹਾਣੀ ਸੁਣਨ ਦੀ ਜ਼ਰੂਰਤ ਹੈ। ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲੈ ਕੇ ਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਆਪਣਾ ਖਿਆਲ ਰੱਖੋ। ਸ਼ੁਕਰੀਆ।